ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਅੱਜ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਸਭ ਤੋਂ ਪਹਿਲਾਂ ਦਵਾਂਗੇ ਕੈਨੇਡਾ ਭਰ ਤੋਂ ਕੋਰੋਨਾ ਵਾਇਰਸ ਸੰਬੰਧੀ ਅੰਕੜਿਆਂ ਦੇ ਉੱਤੇ ਰਿਪੋਰਟ। ਟਰੂਡੋ ਸਰਕਾਰ ਵੱਲੋਂ ਨਵਾਂ ਬਿੱਲ ਪੇਸ਼ ਕਰਨ ਦੀ ਤਿਆਰੀ, ਜਿਸ ਮੁਤਾਬਕ ਝੂਠ ਬੋਲ ਕੇ CERB ਲੈਣ ਵਾਲਿਆਂ ਨੂੰ $5000 ਤੱਕ ਜੁਰਮਾਨਾ ਤੇ ਜੇਲ੍ਹ ਦੀ ਸਜ਼ਾ ਦਾ ਕਰਨਾ ਪੈ ਸਕਦਾ ਸਾਹਮਣਾ। ਜਾਣ ਬੁੱਝ ਕੇ ਕੰਮ ਤੇ ਨਾ ਜਾਣ ਵਾਲਿਆਂ ਤੇ ਵੀ ਹੋਵੇਗੀ ਕਾਰਵਾਈ। ਇੱਕ ਲਿਬਰਲ MP ਨੇ ਕੀਤਾ ਆਪਣੀ ਹੀ ਸਰਕਾਰ ਦੇ CERB ਸੰਬੰਧੀ ਇਸ ਬਿੱਲ ਦਾ ਵਿਰੋਧ। ਕਿਹਾ ਕੈਨੇਡਾ ਵਾਸੀਆਂ ਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰੇ ਸਰਕਾਰ। ਤੇ ਨਾਲ ਹੀ ਜਗਮੀਤ ਸਿੰਘ ਨੇ ਕਿਹਾ NDP ਨਹੀਂ ਦੇਵੇਗੀ ਇਸ ਨੂੰ ਸਮਰਥਨ। ਸ਼ੁੱਕਰਵਾਰ ਤੋਂ ਐਲਬਰਟਾ ਵਿੱਚ ਖੁੱਲ੍ਹਣ ਜਾ ਰਹੇ ਨੇ ਸਿਨੇਮਾ ਘਰ, ਕੈਸੀਨੋ, ਬਾਰ ਤੇ ਚਰਚ। ਬਾਹਰ 100 ਤੱਕ ਇਕੱਠ ਕਰਨ ਦੀ ਇਜਾਜ਼ਤ ਸੰਬੰਧੀ ਵੀ ਐਲਾਨ। ਪੁਲਿਸ ਨੇ ਅਜਿਹੀਆਂ ਬੰਦੂਕਾਂ ਕੀਤੀਆਂ ਜ਼ਬਤ ਜੋ ਟਰੇਸ ਨਹੀਂ ਹੁੰਦੀਆਂ। ਵਿਨੀਪੈਗ ਵਿੱਚ ਹੀ ਇਹਨਾਂ ਨੂੰ ਤਿਆਰ ਕੀਤੇ ਜਾਣ ਤੇ ਨਾਲ ਹੀ ਹੋਰ ਕੀ ਦਿੱਤੀ ਪੁਲਿਸ ਨੇ ਜਾਣਕਾਰੀ, ਦੱਸਾਂਗੇ ਖਬਰਾਂ ਵਿੱਚ। ਕੈਨੇਡਾ ਬਾਰਡਰ ਸਰਵਿਸਿਜ਼ ਨੇ ਨਵੀਂ ਅਪਡੇਟ ਕੀਤੀ ਜਾਰੀ। ਪਰਿਵਾਰਕ ਮੈਂਬਰਾਂ ਨੂੰ ਆਉਣ ਦੀ ਦਿੱਤੀ ਗਈ ਇਜਾਜ਼ਤ ਦੇ ਉੱਤੇ ਨਵੀਂ ਜਾਣਕਾਰੀ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਦਿੱਤੀ ਫਿਲਮ ਤੇ TV ਪ੍ਰੋਡਕਸ਼ਨ ਲਈ ਹਰੀ ਝੰਡੀ। ਪ੍ਰੋਡਕਸ਼ਨ ਲਈ ਕੰਪਨੀਆਂ ਨੂੰ ਪਹਿਲਾਂ ਜਮ੍ਹਾਂ ਕਰਵਾਉਣਾ ਪਵੇਗਾ ਵਰਕ ਸੇਫ BC ਕੋਲ ਹਦਾਇਤਾਂ ਸੰਬੰਧੀ ਪਲਾਨ। ਸਰੀ ਵਿੱਚ ਮੁੜ ਤੋਂ ਚੱਲੀਆਂ ਗੋਲੀਆਂ, ਇੱਕ ਵਿਅਕਤੀ ਜ਼ਖਮੀ। ਇਸ ਤਰ੍ਹਾਂ ਨਾਲ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਅੰਕੜਿਆਂ ਤੋਂ। ਕੈਨੇਡਾ ਭਰ ਦੇ ਵਿੱਚ ਆਖਿਰ ਅੰਕੜੇ ਕਿੰਨੇ ਕੁ ਹੋ ਚੁੱਕੇ ਨੇ ਉਹ ਤੁਹਾਨੂੰ ਦਿਖਾਉਂਦੇ ਹਾਂ। ਕੈਨੇਡਾ ਭਰ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 96,653 ਮਾਮਲੇ ਸਾਹਮਣੇ ਆ ਚੁੱਕੇ ਨੇ। 55,571 ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ ਤੇ 7897 ਹੁਣ ਤੱਕ ਮੌਤਾਂ ਹੋ ਚੁੱਕੀਆਂ ਨੇ। ਐਲਬਰਟਾ ਤੋਂ ਹੁਣ ਤੱਕ 7229 ਮਾਮਲੇ ਸਾਹਮਣੇ ਆਏ ਨੇ। 151 ਮੌਤਾਂ ਹੋਈਆਂ ਨੇ ਤੇ 6895 ਤੋਂ ਵੱਧ ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਗਏ ਨੇ। ਬ੍ਰਿਟਿਸ਼ ਕੋਲੰਬੀਆ ਤੋਂ 2669 ਮਾਮਲੇ ਸਾਹਮਣੇ ਆਏ। 167 ਮੌਤਾਂ ਹੋਈਆਂ ਤੇ 2300 ਤੋਂ ਵੱਧ ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਗਏ। ਮੈਨੀਟੋਬਾ ਤੋਂ 300 ਮਾਮਲੇ ਸਾਹਮਣੇ ਆਏ। 7 ਮੌਤਾਂ ਹੋਈਆਂ ਤੇ 280 ਤੋਂ ਵੱਧ ਵਿਅਕਤੀ ਪੂਰੀ ਤਰ੍ਹਾਂ ਠੀਕ ਹੋ ਗਏ। ਨਿਊ ਬ੍ਰੰਸਵਿਕ ਤੋਂ 147 ਮਾਮਲੇ ਸਾਹਮਣੇ ਆਏ। 1 ਮੌਤ ਹੋਈ। 120 ਤੋਂ ਵੱਧ ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਗਏ। ਨਿਊਫਾਊਂਡਲੈਂਡ ਤੋਂ 261 ਮਾਮਲੇ ਸਾਹਮਣੇ ਆਏ। 3 ਮੌਤਾਂ ਹੋਈਆਂ ਤੇ 255 ਤੋਂ ਵੱਧ ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਗਏ। ਨੋਵਾ ਸਕੋਸ਼ੀਆ ਤੋਂ 1060 ਮਾਮਲੇ ਸਾਹਮਣੇ ਆਏ। 62 ਮੌਤਾਂ ਹੋਈਆਂ। 999 ਤੋਂ ਵੱਧ ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਗਏ। ਓਨਟਾਰੀਓ ਤੋਂ 31,090 ਮਾਮਲੇ ਸਾਹਮਣੇ ਆਏ। 2519 ਮੌਤਾਂ ਹੋਈਆਂ। 24,450 ਤੋਂ ਜ਼ਿਆਦਾ ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਗਏ। ਪ੍ਰਿੰਸ ਐਡਵਰਡ ਆਈਲੈਂਡ ਤੋਂ 27 ਮਾਮਲੇ ਸਾਹਮਣੇ ਆਏ ਤੇ 27 ਹੀ ਪੂਰੀ ਤਰ੍ਹਾਂ ਠੀਕ ਹੋ ਗਏ। ਕਿਊਬੈਕ ਤੋਂ 53,185 ਮਾਮਲੇ ਸਾਹਮਣੇ ਆਏ। 5,029 ਮੌਤਾਂ ਹੋਈਆਂ। 18,700 ਤੋਂ ਵੱਧ ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਗਏ। ਸਸਕੈਚਵਨ ਤੋਂ 656 ਮਾਮਲੇ ਸਾਹਮਣੇ ਆਏ। 13 ਮੌਤਾਂ ਹੋਈਆਂ। 620 ਤੋਂ ਵੱਧ ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਗਏ। ਨਾਰਥ ਵੈਸਟ ਟੈਰੀਟਰੀਜ਼ ਤੋਂ 5 ਮਾਮਲੇ ਸਾਹਮਣੇ ਆਏ ਤੇ 5 ਹੀ ਪੂਰੀ ਤਰ੍ਹਾਂ ਠੀਕ ਹੋ ਗਏ। ਯੂਕੋਨ ਤੋਂ 11 ਮਾਮਲੇ ਸਾਹਮਣੇ ਆਏ ਤੇ 11 ਹੀ ਪੂਰੀ ਤਰ੍ਹਾਂ ਠੀਕ ਹੋ ਗਏ। ਜਿਵੇਂ ਕਈ ਸੂਬਿਆਂ ਦੇ ਵਿੱਚ ਜੋ ਅੰਕੜੇ ਨੇ ਉਹ ਉਸੇ ਤਰ੍ਹਾਂ ਨੇ ਤੇ ਬਹੁਤ ਘੱਟ ਗਿਣਤੀ ਦੇ ਵਿੱਚ ਅੰਕੜੇ ਹੁਣ ਵੱਧ ਰਹੇ ਨੇ। ਓਨਟਾਰੀਓ ਤੇ ਕਿਊਬੈਕ ਜਿੱਥੇ ਸਭ ਤੋਂ ਜ਼ਿਆਦਾ ਗਿਣਤੀ 'ਚ ਅੰਕੜੇ ਸਾਹਮਣੇ ਆ ਰਹੇ ਸਨ ਹਰ ਰੋਜ਼, ਉੱਥੇ ਵੀ ਹੁਣ ਅੰਕੜਿਆਂ ਦੇ ਵਿੱਚ ਕਾਫੀ ਕਮੀ ਆਉਣ ਲੱਗੀ ਹੈ। ਇਸ ਦੇ ਨਾਲ ਹੀ COVID-19 ਦੇ ਨਾਲ ਸੰਬੰਧਿਤ ਜੋ ਮਦਦ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਹੈ, ਸਭ ਤੋਂ ਅਹਿਮ ਉਸ ਦੇ ਵਿੱਚ CERB, ਜਿਸ ਤਹਿਤ ਕੈਨੇਡਾ ਵਾਸੀਆਂ ਨੂੰ ਹਰ ਮਹੀਨੇ $2,000 ਤੱਕ ਦੀ ਵਿੱਤੀ ਮਦਦ ਸਰਕਾਰ ਦੇ ਵੱਲੋਂ ਦਿੱਤੀ ਗਈ ਤੇ ਦਿੱਤੀ ਜਾ ਰਹੀ ਹੈ। ਤਾਂ ਇਸੇ ਨਾਲ ਸੰਬੰਧਿਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਜਾਣਕਾਰੀ ਸਾਂਝੀ ਕੀਤੀ, ਜਿਸ ਤੋਂ ਬਾਅਦ ਕਾਫੀ ਜ਼ਿਆਦਾ ਕੈਨੇਡਾ ਵਾਸੀਆਂ ਦੇ ਦਰਮਿਆਨ ਚਿੰਤਾ ਦਾ ਮਾਹੌਲ ਵੀ ਪਾਇਆ ਗਿਆ, ਕਿਉਂਕਿ ਕਈ ਲੀਡਰ ਜੋ ਸਾਹਮਣੇ ਆਏ ਉਹਨਾਂ ਦੇ ਵੱਲੋਂ ਇਸ ਦੇ ਖਿਲਾਫ ਵੀ ਆਵਾਜ਼ ਚੁੱਕੀ ਜਾ ਰਹੀ ਹੈ। ਦਰਅਸਲ ਬੁੱਧਵਾਰ ਨੂੰ ਇੱਕ ਬਿੱਲ ਪੇਸ਼ ਕੀਤੇ ਜਾਣ ਦੀ ਜਸਟਿਨ ਟਰੂਡੋ ਸਰਕਾਰ ਦੇ ਵੱਲੋਂ ਗੱਲ ਕੀਤੀ ਗਈ ਹੈ। ਉਸ ਬਿੱਲ ਦੇ ਵਿੱਚ ਇਹ ਹੋਵੇਗਾ ਕਿ ਜਿਨ੍ਹਾਂ ਨੇ ਵੀ CERB ਦੇ ਵਾਸਤੇ ਝੂਠ ਜਾਣਕਾਰੀ ਦੇ ਕੇ, ਗਲਤ ਜਾਣਕਾਰੀ ਦੇ ਕੇ ਮਦਦ ਲਈ ਹੈ ਸਰਕਾਰ ਤੋਂ, ਯਾਨੀ ਕਿ ਸਰਕਾਰ ਦੇ ਨਾਲ ਫਰਾਡ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੂੰ ਇਸ ਤਹਿਤ $5,000 ਤੱਕ ਦਾ ਜੁਰਮਾਨਾ ਭਰਨਾ ਪਵੇਗਾ। ਨਾ ਸਿਰਫ ਇਹ, ਸਗੋਂ ਉਹਨਾਂ ਨੂੰ ਜੇਲ੍ਹ ਵੀ ਹੋ ਸਕਦੀ ਹੈ। ਜੇਲ੍ਹ ਦੀ ਸਜ਼ਾ ਦਾ ਵੀ ਇਸ ਬਿੱਲ ਦੇ ਵਿੱਚ ਜ਼ਿਕਰ ਕੀਤਾ ਗਿਆ, ਜਿਨ੍ਹਾਂ ਵੱਲੋਂ CERB ਨੂੰ ਲੈ ਕੇ ਸਰਕਾਰ ਨਾਲ ਫਰਾਡ ਕਰਨ ਦੀ ਕੋਸ਼ਿਸ਼ ਕੀਤੀ ਗਈ। ਇੱਥੇ ਜ਼ਿਕਰਯੋਗ ਹੈ ਕਿ ਜਿਨ੍ਹਾਂ ਦੇ ਵੱਲੋਂ ਵੀ CERB ਅਪਲਾਈ ਕੀਤੀ ਜਾ ਰਹੀ ਸੀ, ਸਾਰਿਆਂ ਨੂੰ ਸਰਕਾਰ ਦੇ ਵੱਲੋਂ ਲਗਾਤਾਰ ਮਦਦ ਦਿੱਤੀ ਜਾ ਰਹੀ ਸੀ, ਜਿਸ ਦੇ ਵਿੱਚ ਸਰਕਾਰ ਨੇ ਅਧਿਕਾਰੀਆਂ ਨੂੰ ਕਹਿ ਦਿੱਤਾ ਸੀ ਕਿ ਬਿਨਾਂ ਦੇਖਿਆ
ਕਿ ਕੋਈ ਇਸ ਦੇ ਵਾਸਤੇ ਯੋਗਤਾ ਰੱਖਦਾ ਹੈ ਜਾਂ ਨਹੀਂ। ਜਿਨ੍ਹਾਂ ਦੇ ਵੱਲੋਂ ਵੀ ਅਪਲਾਈ ਕੀਤਾ ਗਿਆ ਹੈ ਉਹਨਾਂ ਨੂੰ ਮਦਦ ਦੇ ਦਿੱਤੀ ਜਾਵੇ। ਤਾਂ ਹੁਣ ਇਹ ਦੇਖਿਆ ਜਾਵੇਗਾ ਕਿ ਜਿਨ੍ਹਾਂ ਵੱਲੋਂ ਗਲਤ ਜਾਣਕਾਰੀ ਦਿੱਤੀ ਗਈ, ਇਸ ਦੇ ਵਿੱਚ ਨਾ ਸਿਰਫ ਇਹ ਹੈ ਕਿ ਗਲਤ ਇਸ ਦੇ ਵਿੱਚ ਕੋਈ ਕਾਗਜ਼ ਪੱਤਰ ਦਿੱਤੇ ਗਏ ਨੇ ਤਾਂ ਉਸ ਸੰਬੰਧੀ ਹੈ, ਸਗੋਂ ਇਸ ਦੇ ਵਿੱਚ ਇਹ ਵੀ ਹੈ ਕਿ ਜਿਹੜੇ ਵਿਅਕਤੀ ਮੁੜ ਤੋਂ ਕੰਮ ਤੇ ਨਹੀਂ ਗਏ ਆਪਣੀ ਮਰਜ਼ੀ ਦੇ ਨਾਲ, ਉਹਨਾਂ ਦੇ ਉੱਤੇ ਵੀ ਕਾਰਵਾਈ ਹੋਵੇਗੀ। ਉਹਨਾਂ ਨੂੰ ਵੀ ਮੋਟੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸੰਬੰਧੀ ਜੋ ਇੰਪਲੋਇਰ ਨੇ ਉਹਨਾਂ ਦੇ ਨਾਲ ਵੀ ਗੱਲ ਹੋਵੇਗੀ ਕਿ ਕੀ ਉਹ ਚਾਹੁੰਦੇ ਸੀ ਕਿ ਜਿਹੜਾ ਉਹਨਾਂ ਦਾ ਕੰਮ ਆਏ, ਕੰਮ ਤੋਂ ਹਟਿਆ, ਉਹ ਕੰਮ ਤੇ ਆ ਜਾਵੇ। ਜੇਕਰ ਇੰਪਲੋਇਰਸ ਦੇ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਉਸਨੇ ਆਪਣੇ ਕਾਮਿਆਂ ਨੂੰ ਕੰਮ ਤੇ ਆਉਣ ਦੇ ਲਈ ਕਹਿ ਦਿੱਤਾ ਸੀ, ਪਰ ਫਿਰ ਵੀ ਉਹ ਕੰਮ ਤੇ ਨਹੀਂ ਗਏ ਤੇ 2000 ਸਰਕਾਰ ਦੇ ਵੱਲੋਂ ਮਿਲ ਰਹੀ ਵਿੱਤੀ ਮਦਦ ਉਹਨਾਂ ਦੇ ਵੱਲੋਂ ਲਗਾਤਾਰ ਲਈ ਜਾਂਦੀ ਰਹੀ, ਤਾਂ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਵੇਗੀ। ਤਾਂ ਇਸ ਸੰਬੰਧੀ ਇਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ। ਕਾਫੀ ਚੀਜ਼ਾਂ ਇਸ ਬਿੱਲ ਦੇ ਵਿੱਚ ਲਿਆਂਦੀਆਂ ਜਾਣਗੀਆਂ ਜਿਸ ਦੇ ਬਾਰੇ ਜ਼ਿਕਰ ਹੋਇਆ। ਹੁਣ ਦੇਖਣਾ ਇਹ ਹੋਵੇਗਾ ਕਿ ਆਖਿਰ ਇਹ ਬਿੱਲ ਪਾਸ ਵੀ ਹੁੰਦਾ ਹੈ ਜਾਂ ਨਹੀਂ। ਮਾਮਲੇ ਇਹ ਵੀ ਸਾਹਮਣੇ ਆਏ ਕਿ ਜਦੋਂ ਤੋਂ ਇਸ ਬਿੱਲ ਦਾ ਜ਼ਿਕਰ ਕੀਤਾ ਗਿਆ ਹੈ, ਉਦੋਂ ਤੋਂ ਕੈਨੇਡਾ ਵਾਸੀਆਂ ਦੇ ਵੱਲੋਂ ਆਪਣੇ ਅਨੁਭਵ ਸਾਂਝੇ ਕੀਤੇ ਜਾਣੇ ਸ਼ੁਰੂ ਕਰ ਦਿੱਤੇ ਗਏ ਨੇ ਕਿ ਉਹਨਾਂ ਨੂੰ ਜਾਲੀ ਫੋਨ ਕਾਲਸ ਆ ਰਹੀਆਂ ਨੇ ਜਾਂ ਫਿਰ ਫਰਾਡ ਉਹਨਾਂ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਕੈਨੇਡਾ ਵਾਸੀਆਂ ਨੂੰ ਜਿਹੜੀਆਂ ਕੰਪਨੀਆਂ ਪਹਿਲਾਂ ਤੋਂ ਫਰਾਡ ਕਰਦੀਆਂ ਸਨ, ਜਿਹੜੇ ਵਿਅਕਤੀ ਫਰਾਡ ਕਰਦੇ ਸੀ, ਉਹਨਾਂ ਦੇ ਵੱਲੋਂ ਹੁਣ ਹੋਰ ਤਰੀਕਾ ਅਪਣਾ ਲਿਆ ਗਿਆ ਹੈ ਕਿ ਕੈਨੇਡਾ ਵਾਸੀਆਂ ਨੂੰ ਫੋਨ ਕਰਕੇ ਡਰਾਇਆ ਜਾ ਰਿਹਾ ਹੈ ਕਿ ਤੁਸੀਂ ਗਲਤ ਜਾਣਕਾਰੀ CERB ਦੀ ਮਦਦ ਲੈਣ ਵਾਸਤੇ ਭਰੀ ਹੈ, ਜਿਸ ਲਈ ਤੁਹਾਨੂੰ ਇੰਨਾ ਫਾਈਨ ਦੇਣਾ ਪੈਣਾ ਤੇ ਤੁਸੀਂ ਫਾਈਨ ਭਰੋ। ਤਾਂ ਉਸ ਦੇ ਵਿੱਚ ਉਹਨਾਂ ਦੀ ਜਾਣਕਾਰੀ ਵੀ ਲਈ ਜਾ ਰਹੀ ਹੈ ਤੇ ਆਪਣੇ ਅਨੁਭਵ ਜਦੋਂ ਉਹਨਾਂ ਨੇ ਸਾਂਝੇ ਕੀਤੇ ਤਾਂ ਲਿਬਰਲ ਸਰਕਾਰ ਤੋਂ ਹੀ ਇੱਕ MP ਦੇ ਵੱਲੋਂ ਇਸ ਦੇ ਉੱਤੇ ਆਵਾਜ਼ ਚੁੱਕੀ ਗਈ ਤੇ MP ਨੇ ਜਦੋਂ ਇਸ ਦੇ ਉੱਤੇ ਗੱਲ ਕੀਤੀ, ਓਨਟਾਰੀਓ ਤੋਂ ਉਹ MP ਹੈ, ਤਾਂ ਇੱਥੇ ਵੀ ਜ਼ਿਕਰਯੋਗ ਹੈ ਕਿ NDP ਦੇ ਵੱਲੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਕਿ ਉਹਨਾਂ ਦੀ ਪਾਰਟੀ ਇਸ ਬਿੱਲ ਨੂੰ ਸਮਰਥਨ ਨਹੀਂ ਦੇਵੇਗੀ। ਜਿੱਥੇ ਇੱਕ ਪਾਸੇ ਜੋ ਲਿਬਰਲ MP ਹੈ ਉਸਨੇ ਜਦੋਂ ਇਸ ਦਾ ਵਿਰੋਧ ਕਰਦੇ ਹੋਏ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਕਿਹਾ ਗਿਆ ਹੈ ਕਿ ਫਾਈਨ ਜਾਂ ਸਜ਼ਾ ਲਾਉਣ ਦੇ ਨਾਮ ਦੇ ਉੱਤੇ ਸਰਕਾਰ ਨੂੰ ਲੋਕਾਂ ਨੂੰ ਡਰਾਉਣਾ ਨਹੀਂ ਚਾਹੀਦਾ। ਤਾਂ ਉਧਰ NDP ਲੀਡਰ ਜਗਮੀਤ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਬਹੁਤ ਸਾਰੇ ਅਜਿਹੇ ਕੈਨੇਡੀਅਨ ਜੋ ਕਿ ਲੋੜਵੰਦ ਨੇ, ਜਿਨ੍ਹਾਂ ਦੇ ਵੱਲੋਂ CERB ਲਈ ਗਈ ਤੇ ਉਹਨਾਂ ਦੇ ਉੱਤੇ ਸਭ ਤੋਂ ਜ਼ਿਆਦਾ ਭੀੜ ਪੈ ਜਾਵੇਗੀ, ਸਭ ਤੋਂ ਜ਼ਿਆਦਾ ਦਿੱਕਤ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਵੇਗਾ, ਕਿਉਂਕਿ ਬਹੁਤ ਜ਼ਿਆਦਾ ਲੋੜ ਪੈਣ ਦੇ ਉੱਤੇ ਉਹਨਾਂ ਨੇ CERB ਦੀ ਚੋਣ ਕੀਤੀ ਤੇ ਇਸ ਮਦਦ ਨੂੰ ਲਿਆ। ਤੇ ਜੇਕਰ ਇਹ ਕਾਰਵਾਈ ਹੁੰਦੀ ਹੈ ਤਾਂ ਉਹਨਾਂ ਦੇ ਉੱਤੇ ਜੇਕਰ $5,000 ਦਾ ਫਾਈਨ ਲਗਾ ਦਿੱਤਾ ਜਾਂਦਾ ਹੈ ਤਾਂ ਕਾਫੀ ਜ਼ਿਆਦਾ ਮੁਸ਼ਕਲ ਦੇ ਵਿੱਚ ਉਹ ਆ ਸਕਦੇ ਨੇ। ਤਾਂ ਇਸ ਸੰਬੰਧੀ ਜਗਮੀਤ ਸਿੰਘ ਪਹਿਲਾਂ ਹੀ ਕਹਿ ਚੁੱਕੇ ਨੇ ਕਿ NDP ਪਾਰਟੀ ਪਾਰਲੀਮੈਂਟ ਦੇ ਵਿੱਚ ਪੇਸ਼ ਹੋਣ ਵਾਲੇ ਇਸ ਬਿੱਲ ਨੂੰ ਸਮਰਥਨ ਨਹੀਂ ਦੇਵੇਗੀ। ਇੱਥੇ ਜ਼ਿਕਰਯੋਗ ਹੈ ਕਿ CERB ਨੂੰ ਲੈ ਕੇ ਕਿ ਕਿਸੇ ਦੇ ਵੱਲੋਂ ਇਸ ਸੰਬੰਧੀ ਗਲਤ ਜਾਣਕਾਰੀ ਦੇ ਕੇ ਜਾਂ ਫਿਰ ਝੂਠ ਬੋਲ ਕੇ ਮਦਦ ਨਾ ਲਈ ਜਾਵੇ, ਪਹਿਲੇ ਦਿਨ ਤੋਂ ਕਿਹਾ ਜਾ ਰਿਹਾ ਹੈ ਤੇ ਇਸ ਸੰਬੰਧੀ ਹੁਣ ਕਾਰਵਾਈ ਹੋਣੀ ਵੀ ਸ਼ੁਰੂ ਹੋ ਗਈ ਹੈ। ਇਸ ਦਾ ਜੋ ਪਹਿਲਾ ਕਦਮ ਸੀ, ਅਸੀਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ CERB ਸੰਬੰਧੀ ਜੋ ਜਾਣਕਾਰੀ ਦਿੱਤੀ ਜਾ ਰਹੀ ਹੈ ਉਸ ਦੇ ਵਿੱਚ ਹੁਣ ਇੱਕ ਉੱਪਰ ਲਿੰਕ ਜੋੜ ਦਿੱਤਾ ਗਿਆ ਹੈ, ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਸੀਂ ਸ਼ਿਕਾਇਤ ਕਰਨੀ ਹੈ, ਕਿ ਜੇਕਰ ਤੁਸੀਂ ਕਿਸੇ ਅਜਿਹੇ ਬੰਦੇ ਨੂੰ ਜਾਣਦੇ ਹੋ ਤੁਹਾਡੇ ਆਲੇ ਦੁਆਲੇ ਜਿਸ ਦੇ ਵੱਲੋਂ ਗਲਤ ਤੌਰ ਦੇ ਉੱਤੇ CERB ਲਈ ਗਈ ਹੈ, ਤਾਂ ਤੁਸੀਂ ਉਸ ਦੇ ਉੱਤੇ ਸ਼ਿਕਾਇਤ ਕਰ ਸਕਦੇ ਹੋ ਤਾਂ ਜਾਂਚ ਉਸ ਦੇ ਉੱਤੇ ਕੀਤੀ ਜਾਵੇਗੀ। CRA ਨੇ ਆਪਣੀ ਵੈਬਸਾਈਟ ਦੇ ਉੱਤੇ ਇਹ ਜੋੜੀ ਹੈ ਜਾਣਕਾਰੀ। ਤਾਂ ਉਧਰ ਅਗਲਾ ਕਦਮ ਹੁਣ ਇਸ ਬਿੱਲ ਦੇ ਬਾਰੇ ਦਿੱਤਾ ਗਿਆ ਕਿ ਜਸਟਿਸ ਟਰੂਡੋ ਸਰਕਾਰ ਦੇ ਵੱਲੋਂ ਇਸ ਬਿੱਲ ਦਾ ਜ਼ਿਕਰ ਕੀਤਾ ਗਿਆ, ਜਿਸ ਨੂੰ ਕਿ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਸ ਸੰਬੰਧੀ ਹੁਣ CERB ਨੂੰ ਲੈ ਕੇ ਇਹ ਦੂਜਾ ਕਦਮ ਮੰਨਿਆ ਜਾ ਰਿਹਾ ਹੈ, ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵਿਅਕਤੀ ਆ ਸਕਦੇ ਨੇ, ਜਿਨ੍ਹਾਂ ਦੇ ਜਾਂ ਇੰਪਲੋਇਰਸ ਦੇ ਕਰਕੇ ਕਿ ਉਹ ਨਾ ਮੰਨਣ ਕਿ ਉਹਨਾਂ ਨੇ ਤਾਂ ਉਹਨਾਂ ਨੂੰ ਕੰਮ ਤੇ ਆਉਣ ਤੋਂ ਮਨਾ ਹੀ ਨਹੀਂ ਕੀਤਾ ਤਾਂ ਆ ਸਕਦੇ ਸੀ, ਜਾਂ ਫਿਰ ਜਿਹੜੇ ਆਪਣੇ ਮਰਜ਼ੀ ਦੇ ਨਾਲ COVID-19 ਦੇ ਕਰਕੇ ਘਰ ਬੈਠ ਗਏ ਤਾਂ ਉਹਨਾਂ ਨੂੰ ਵੀ ਇਸ ਵਿੱਚ ਕਾਫੀ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਸ ਵਿੱਚ ਸਬੂਤ ਵੀ ਪੇਸ਼ ਕਰਨੇ ਪੈਣਗੇ। ਤੇ ਜਿਹਨਾਂ ਦੇ ਵੱਲੋਂ ਇਮਾਨਦਾਰੀ ਦੇ ਨਾਲ ਇਸ ਦੇ ਵਿੱਚ ਆਪਣੀ ਜ਼ਿਕਰ ਕੀਤਾ ਜਾਵੇਗਾ ਕਿ ਉਹ ਦਿੱਕਤ ਦਾ ਸਾਹਮਣਾ ਕਰ ਰਹੇ ਸੀ, ਜਿਸ ਕਰਕੇ ਉਹਨਾਂ ਨੇ CERB ਦੇ ਵਾਸਤੇ ਮਦਦ ਮੰਗੀ ਤੇ ਉਹਨਾਂ ਨੂੰ ਇਸ ਸੰਬੰਧੀ ਬਚਾਅ ਵੀ ਹੋ ਸਕਦਾ ਹੈ। ਇਹ ਜ਼ਿਕਰ ਵੀ ਪ੍ਰਧਾਨ ਮੰਤਰੀ ਨੇ ਕੀਤਾ ਹੈ। ਇਸ ਬਿੱਲ ਦੇ ਵਿੱਚ ਜੋ ਅਸਲ ਤੱਥ ਨੇ ਤੇ ਉਹ ਕੱਲ ਇਸ ਸੰਬੰਧੀ ਜੇਕਰ ਇਹ ਪੇਸ਼ ਹੁੰਦਾ ਨਹੀਂ ਹੁੰਦਾ ਉਹ ਜਾਣਕਾਰੀ ਸਾਹਮਣੇ ਆ ਜਾਵੇਗੀ। ਇੱਥੇ ਵੀ ਜ਼ਿਕਰਯੋਗ ਹੈ ਕਿ ਕਈਆਂ ਦੇ ਵੱਲੋਂ ਪੁੱਛਿਆ ਜਾ ਰਿਹਾ ਹੈ ਕਿ ਜੇਕਰ ਉਹਨਾਂ ਦੇ ਕੋਲ CERB ਦੀ ਪੇਮੈਂਟ ਜਿਹੜੀ ਆ ਗਈ ਹੈ ਉਹ ਵਾਪਸ ਹੁਣ ਵੀ ਜੇਕਰ ਮੋੜਨਾ ਚਾਹੁੰਦੇ ਨੇ ਤਾਂ ਮੋੜ ਸਕਦੇ ਨੇ। ਜਦੋਂ CERB ਦੀ ਪੇਮੈਂਟ ਤੁਸੀਂ ਲੈਂਦੇ ਹੋ ਤਾਂ ਵੈਬਸਾਈਟ ਦੇ ਉੱਤੇ ਜਦੋਂ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਉੱਥੇ ਲਿੰਕ ਵੀ ਦਿੱਤਾ ਜਾਂਦਾ ਹੈ, ਜਿਸ ਦੇ ਵਿੱਚ ਉੱਥੇ ਲਿਖਿਆ ਹੋਇਆ ਹੈ ਕਿ ਤੁਸੀਂ ਜੇਕਰ ਪੈਸੇ ਮੋੜਨੇ ਨੇ ਤਾਂ ਤੁਸੀਂ ਉੱਥੇ ਮੋੜ ਸਕਦੇ ਹੋ।
ਤੇ ਉਸ ਦੇ ਉੱਤੇ ਜੋ ਵੈਬ ਪੋਰਟਲ ਹੈ ਉਸ ਦੇ ਉੱਤੇ ਕਾਫੀ ਸੁਖਾਲੇ ਤਰੀਕੇ ਦੇ ਨਾਲ ਉੱਪਰ ਜਾਣਕਾਰੀ ਦਿੱਤੀ ਜਾਂਦੀ ਹੈ, ਜਿਸ ਦੇ ਵਿੱਚ ਤੁਸੀਂ ਲਿੰਕ ਤੇ ਕਲਿੱਕ ਕਰਕੇ ਅੱਗੇ ਜਾਣਕਾਰੀ ਦੇ ਸਕਦੇ ਹੋ ਤੇ ਦੁਬਾਰਾ ਤੁਸੀਂ CRA ਨੂੰ ਇਹ ਪੈਸੇ ਵਾਪਸ ਮੋੜ ਵੀ ਸਕਦੇ ਹੋ ਜੇਕਰ ਤੁਹਾਡੇ ਤੋਂ ਗਲਤੀ ਦੇ ਨਾਲ ਅਪਲਾਈ ਹੋ ਗਿਆ ਸੀ। ਅਗਲੀ ਖਬਰ ਐਲਬਰਟਾ ਤੋਂ ਹੈ। ਐਲਬਰਟਾ ਸਰਕਾਰ ਨੇ ਅੱਜ ਐਲਾਨ ਕੀਤਾ ਹੈ ਕਿ ਸ਼ੁੱਕਰਵਾਰ ਤੋਂ ਸਿਨੇਮਾ ਘਰ ਤੇ ਹੋਰ ਕਾਫੀ ਚੀਜ਼ਾਂ ਨੂੰ ਖੋਲ੍ਹਿਆ ਜਾ ਰਿਹਾ ਹੈ, ਜਿਸ ਸੰਬੰਧੀ ਆਖਿਰ ਕਿਹੜੀਆਂ ਚੀਜ਼ਾਂ ਨੇ ਜੋ ਖੋਲ੍ਹੀਆਂ ਜਾ ਰਹੀਆਂ ਨੇ ਉਹ ਤੁਹਾਨੂੰ ਦੱਸਦੇ ਹਾਂ। ਐਲਬਰਟਾ ਸਰਕਾਰ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਸ਼ੁੱਕਰਵਾਰ ਤੋਂ ਸੂਬੇ ਦੇ ਵਿੱਚ ਮੁੜ ਤੋਂ ਮੂਵੀ ਥੀਏਟਰ, ਜਿਮ, ਪੂਲ, ਲਾਇਬ੍ਰੇਰੀਜ਼, ਕੈਸੀਨੋ ਤੇ ਚਰਚਿਜ਼ ਖੁੱਲ੍ਹ ਰਹੇ ਨੇ। ਇਹ ਜਿਸ ਤਰ੍ਹਾਂ ਐਲਾਨ ਕੀਤਾ ਗਿਆ ਸੀ ਕਿ ਸੂਬੇ ਦੇ ਵਿੱਚ ਅਗਲੇ ਹਫ਼ਤੇ ਇਹਨਾਂ ਸਭ ਚੀਜ਼ਾਂ ਨੂੰ ਖੋਲ੍ਹਿਆ ਜਾਣਾ ਹੈ, ਪਰ ਇਸ ਸ਼ੁੱਕਰਵਾਰ ਨੂੰ ਹੀ ਮੂਵੀ ਥੀਏਟਰ, ਜਿਮ, ਪੂਲ, ਲਾਇਬ੍ਰੇਰੀਜ਼, ਕੈਸੀਨੋ ਤੇ ਚਰਚਿਜ਼ ਨੂੰ ਖੋਲ੍ਹਦੇ ਹੋਏ ਇਹ ਐਲਾਨ ਕੀਤਾ ਗਿਆ ਕਿ ਇੱਕ ਹਫ਼ਤਾ ਪਹਿਲਾਂ ਹੀ ਇਸ ਦੇ ਉੱਤੇ ਫੈਸਲਾ ਲਿਆ ਗਿਆ ਹੈ। ਪ੍ਰੀਮੀਅਰ ਜੇਸਨ ਕੇਨੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸੂਬਾ ਕੋਵਿਡ-19 ਦੇ ਨਾਲ ਲੜਨ ਵਾਸਤੇ ਬਹੁਤ ਵਧੀਆ ਰੋਲ ਅਦਾ ਕਰ ਰਿਹਾ ਹੈ, ਜਿਸ ਦੇ ਵਿੱਚ ਨਤੀਜੇ ਵੀ ਬਹੁਤ ਵਧੀਆ ਨਿਕਲ ਰਹੇ ਨੇ। ਹੁਣ ਤੱਕ ਸਿਹਤ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸੂਬੇ ਵਿੱਚ ਐਕਟਿਵ ਕੇਸ 355 ਰਹਿ ਗਏ ਨੇ ਤੇ 44 ਵਿਅਕਤੀ ਹਸਪਤਾਲਾਂ ਦੇ ਵਿੱਚ ਭਰਤੀ ਨੇ, ਜੋ ਕਿ ਪਿਛਲੇ ਮਹੀਨੇ ਨਾਲੋਂ 70% ਤੱਕ ਇਸ ਗਿਣਤੀ ਦੇ ਵਿੱਚ ਕਮੀ ਆਈ ਹੈ। ਤਾਂ ਇਸ ਸੰਬੰਧੀ ਇਹ ਵੀ ਜ਼ਿਕਰਯੋਗ ਹੈ ਕਿ ਫੇਸ 2 ਦੇ ਵਿੱਚ ਸੂਬੇ ਦੇ ਵਿੱਚ ਮੁੜ ਤੋਂ ਲੋਕਾਂ ਦਾ ਇਕੱਠ ਕਰਨ ਦੀ ਗਿਣਤੀ ਨੂੰ ਵੀ ਵਧਾ ਦਿੱਤਾ ਗਿਆ ਹੈ, ਜਿੱਥੇ ਕਿ ਹੁਣ ਇਨਡੋਰ 50 ਤੱਕ ਵਿਅਕਤੀ ਇਕੱਠੇ ਹੋ ਸਕਦੇ ਨੇ ਤੇ ਆਊਟਡੋਰ 100 ਤੱਕ ਵਿਅਕਤੀ ਇਕੱਠੇ ਹੋ ਸਕਦੇ ਨੇ। ਤਾਂ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੀਮੀਅਰ ਜੇਸਨ ਕੇਨੀ ਦੇ ਵੱਲੋਂ ਅੱਜ ਐਲਾਨ ਕੀਤੇ ਗਏ ਨੇ। ਇਸ ਦੇ ਨਾਲ ਹੀ ਇਹ ਵੀ ਨਾਲ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਰੈਸਟੋਰੈਂਟਸ, ਬਾਰਸ, ਬਿੰਗੋ ਹਾਲਸ, ਕੈਸੀਨੋਸ ਤੇ ਚਰਚਿਜ਼ ਦੇ ਵਿੱਚ ਕੋਈ ਵੀ ਸੀਮਾ ਨਹੀਂ ਹੋਵੇਗੀ ਕਿ ਆਖਿਰ ਕਿੰਨੀ ਸੀਮਾ ਤੱਕ ਉੱਥੇ ਵਿਅਕਤੀ ਮੌਜੂਦ ਰਹਿ ਸਕਦੇ ਨੇ। ਇਸ ਦੇ ਨਾਲ ਹੀ ਸਕੂਲਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਸਤੰਬਰ ਤੋਂ ਕਲਾਸਿਸ ਸ਼ੁਰੂ ਕੀਤੀਆਂ ਜਾਣਗੀਆਂ ਤੇ ਸਿਰਫ ਡਿਪਲੋਮਾ ਐਗਜ਼ਾਮਸ ਤੇ ਸਮਰ ਕੋਰਸਿਸ ਦੇ ਵਾਸਤੇ ਕਿੰਡਰਗਾਰਟਨ ਤੋਂ ਗ੍ਰੇਡ 12 ਤੱਕ ਕਲਾਸਿਸ ਨੂੰ ਲਾਇਆ ਜਾਵੇਗਾ। ਅਗਲੀ ਖਬਰ ਵਿਨੀਪੈਗ ਪੁਲਿਸ ਦੇ ਵੱਲੋਂ ਸਾਂਝੀ ਕੀਤੀ ਗਈ ਹੈ। ਦਰਅਸਲ ਵਿਨੀਪੈਗ ਪੁਲਿਸ ਦੇ ਵੱਲੋਂ ਜਾਂਚ ਲਗਾਤਾਰ ਕਾਫੀ ਚਿਰ ਤੋਂ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਉਹਨਾਂ ਨੇ ਗੋਸਟ ਗਨ, ਭੂਤੀਆ ਬੰਦੂਕ ਜਿਸ ਨੂੰ ਕਿਹਾ ਜਾ ਸਕਦਾ ਜਾਂ ਪਿਸਤੌਲ, ਉਹ ਬਰਾਮਦ ਕੀਤੇ ਨੇ, ਜਿਨ੍ਹਾਂ ਦੇ ਉੱਤੇ ਕੋਈ ਉਹਨਾਂ ਨੂੰ ਸੀਰੀਅਲ ਨੰਬਰ ਨਹੀਂ ਹੈ ਤੇ ਉਹਨਾਂ ਨੂੰ ਟਰੈਕ ਨਹੀਂ ਕੀਤਾ ਜਾ ਸਕਦਾ ਤੇ ਇਸ ਸੰਬੰਧੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਹਥਿਆਰਾਂ ਦੇ ਉੱਤੇ ਜਾਂਚ ਕਰਦੇ ਹੋਏ ਵਿਨੀਪੈਗ ਪੁਲਿਸ ਦੇ ਵੱਲੋਂ ਤਾਜ਼ਾ ਹੀ ਕੁਝ ਅਜਿਹੀਆਂ ਬੰਦੂਕਾਂ ਨੂੰ ਜ਼ਬਤ ਕੀਤਾ ਗਿਆ ਹੈ, ਜਿਨ੍ਹਾਂ ਨੂੰ ਉਹਨਾਂ ਦੇ ਵੱਲੋਂ ਗੋਸਟ ਗਨ ਯਾਨੀ ਕਿ ਭੂਤੀਆ ਬੰਦੂਕ ਦਾ ਨਾਮ ਦਿੱਤਾ ਗਿਆ, ਜਿਸ ਨੂੰ ਕਿ ਸ਼ਹਿਰ ਦੇ ਵਿੱਚ ਹੀ ਬਣਾਉਣ ਦਾ ਕੰਮ ਵੀ ਚੱਲ ਰਿਹਾ ਸੀ। ਇਸ ਦੇ ਬਾਰੇ ਪੁਲਿਸ ਨੇ ਜਾਣਕਾਰੀ ਦਿੱਤੀ। ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਗੋਸਟ ਗਨਸ ਯਾਨੀ ਕਿ ਭੂਤੀਆ ਬੰਦੂਕਾਂ ਉਹ ਨੇ ਜਿਨ੍ਹਾਂ ਨੂੰ ਬਣਾਇਆ ਜਾਂਦਾ ਹੈ ਬਿਨਾਂ ਕਿਸੇ ਸੀਰੀਅਲ ਨੰਬਰ ਤੋਂ ਜਾਂ ਫਿਰ ਬਿਨਾਂ ਕਿਸੇ ਵੀ ਪਛਾਣ ਤੋਂ ਜਾਂ ਕੋਈ ਵੀ ਮਾਰਕ ਉਸ ਦੇ ਉੱਤੇ ਨਹੀਂ ਲਗਾਇਆ ਜਾਂਦਾ, ਜਿਸ ਦੇ ਨਾਲ ਉਸ ਨੂੰ ਸਿਰਫ ਉਹੀ ਵਿਅਕਤੀ ਟਰੈਕ ਕਰ ਸਕਦਾ ਹੈ ਜਿਹੜੇ ਵਿਅਕਤੀ ਨੇ ਉਹ ਬਣਾਈ ਹੁੰਦੀ ਹੈ, ਜਾਂ ਫਿਰ ਉਸ ਨੂੰ ਵੇਚਣ ਵਾਲਾ ਜਾਂ ਫਿਰ ਉਸ ਦਾ ਅਸਲ 'ਚ ਜੋ ਮਾਲਕ ਹੋਵੇ ਉਹ ਟਰੈਕ ਕਰ ਸਕਦਾ ਹੈ। ਵਿਨੀਪੈਗ ਪੁਲਿਸ ਦੇ ਵੱਲੋਂ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਤੇ ਨਾਲ ਹੀ ਦੱਸਿਆ ਗਿਆ ਕਿ ਇਹ ਬੇਹੱਦ ਖਤਰਨਾਕ ਹੈ। ਜੇਕਰ ਅਜਿਹਾ ਕੰਮ ਚੱਲ ਰਿਹਾ ਸੀ ਜਿਸ ਦੇ ਉੱਤੇ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹੋਰ ਜ਼ਿਆਦਾ, ਜਿਸ ਸੰਬੰਧੀ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਵਾਸਤੇ ਵੀ ਅਜਿਹੀਆਂ ਚੀਜ਼ਾਂ ਖਤਰਾ ਪੈਦਾ ਕਰ ਸਕਦੀਆਂ ਨੇ, ਜਿਸ ਦੇ ਉੱਤੇ ਉਹ ਚਿੰਤਤ ਵੀ ਨੇ। ਇਸ ਸੰਬੰਧੀ ਉਹਨਾਂ ਦੱਸਿਆ ਕਿ ਮਈ 14 ਨੂੰ ਵਿਨੀਪੈਗ ਪੁਲਿਸ ਸਰਵਿਸਿਜ਼ ਫਾਇਰਆਰਮਸ ਇਨਵੈਸਟੀਗੇਸ਼ਨ ਇਨਫੋਰਸਮੈਂਟ ਯੂਨਿਟ ਨੂੰ ਜਾਣਕਾਰੀ ਮਿਲੀ ਸੀ ਕਿ ਵਿਨੀਪੈਗ ਵਿੱਚ ਇੱਕ ਵਿਅਕਤੀ ਦੇ ਕੋਲ AR-15 ਰਾਈਫਲ ਦਾ ਇੱਕ ਪਾਰਟ ਹੈ। AR-15 ਰਾਈਫਲ ਉਹ ਹੈ ਜੋ ਹੁਣ ਕੈਨੇਡਾ ਦੇ ਵਿੱਚ ਬੈਨ ਕਰ ਦਿੱਤੀਆਂ ਗਈਆਂ ਨੇ। ਮਈ 1 ਤੋਂ ਹਥਿਆਰਾਂ ਨੂੰ ਬੈਨ ਕਰਨ ਸੰਬੰਧੀ ਜੋ ਕਾਨੂੰਨ ਆਇਆ ਉਸ ਦੇ ਵਿੱਚ ਇਹ ਰਾਈਫਲਸ ਵੀ ਬੈਨ ਕੀਤੀਆਂ ਗਈਆਂ। ਤਾਂ ਇਸ ਸੰਬੰਧੀ ਜਦੋਂ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਣ ਦੇ ਉੱਤੇ ਉਸ ਵਿਅਕਤੀ ਦੇ ਘਰ ਪੁਲਿਸ ਪਹੁੰਚੀ। ਵਿਨੀਪੈਗ ਵਿੱਚ ਵੈਸਟ ਐਵੇਨਿਊ ਦੇ ਉੱਤੇ ਵੈਸਟਵੁੱਡ ਨੇਬਰਹੁੱਡ ਦੇ ਦਰਮਿਆਨ ਇੱਕ ਘਰ ਦੇ ਵਿੱਚ ਜਦੋਂ ਜਾਂਚ ਕੀਤੀ ਗਈ ਤਾਂ ਪੁਲਿਸ ਨੂੰ ਉੱਥੇ ਤੋਂ 28 ਬੰਦੂਕਾਂ ਮਿਲੀਆਂ, ਜਿਸ ਦੇ ਵਿੱਚ 10 ਰਜਿਸਟਰਡ ਸਨ, ਪਰ ਹੁਣ ਉਹਨਾਂ ਦੇ ਉੱਤੇ ਬੈਨ ਲੱਗਿਆ ਹੋਇਆ ਹੈ ਤੇ ਇਸ ਦੇ ਨਾਲ ਹੀ ਹੋਰ ਕਾਫੀ ਜ਼ਿਆਦਾ ਤਰ੍ਹਾਂ ਦੀਆਂ ਬੰਦੂਕਾਂ ਪੁਲਿਸ ਨੂੰ ਮਿਲੀਆਂ ਤੇ ਇਸ ਸੰਬੰਧੀ ਉਹਨਾਂ ਨੂੰ AR-15 ਦੇ ਨਾਲ ਜੁੜਿਆ ਹੋਇਆ ਇੱਕ ਪਾਰਟ ਵੀ ਮਿਲਿਆ, ਜਿਸ ਨੂੰ ਕਿ 3D ਪ੍ਰਿੰਟਰ ਨਾਲ ਬਣਾਇਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਉਹਨਾਂ ਨੇ 31 ਸਾਲਾ ਵਿਅਕਤੀ ਨੂੰ ਇਸ ਜਾਂਚ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਿ ਹਿਰਾਸਤ ਦੇ ਵਿੱਚ ਹੀ ਰੱਖਿਆ ਗਿਆ, ਜਿਸ ਦੇ ਉੱਤੇ ਕਈ ਮਾਮਲੇ ਦਰਜ ਕੀਤੇ ਗਏ ਨੇ। ਇਸ ਸੰਬੰਧੀ ਪੁਲਿਸ ਨੇ ਕਿਹਾ ਕਿ ਕਿਸੇ ਵੀ ਗੈਂਗ ਨਾਲ ਇਸ ਦਾ ਕੋਈ ਸਬੰਧ ਨਹੀਂ ਸੀ।
ਪਰ ਹਥਿਆਰਾਂ ਦੀ ਤਸਕਰੀ ਨਾਲ ਇਸ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ। ਉਧਰ ਕੈਨੇਡਾ ਬਾਰਡਰ ਸਰਵਿਸਿਜ਼ ਦੇ ਵੱਲੋਂ ਵੀ ਅੱਜ ਤਾਜ਼ਾ ਅਪਡੇਟ ਆਪਣੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਪਾਇਆ ਗਿਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਬਾਰਡਰ ਦੇ ਉੱਤੇ ਜੇਕਰ ਕਾਗਜ਼ ਪੱਤਰ ਦਾ ਕੰਮ ਕਰਵਾਉਣਾ ਹੈ, ਹਜੇ ਵੀ ਉਹ ਚੀਜ਼ਾਂ ਨਹੀਂ ਖੁੱਲੀਆਂ ਨੇ, ਪਰ ਜਿਵੇਂ ਕਿ ਅਮਰੀਕਾ ਕੈਨੇਡਾ ਦੇ ਬਾਰਡਰ ਨੇ ਜਿਹੜੇ, ਉਹ ਸਿਰਫ ਪਰਿਵਾਰਕ ਮੈਂਬਰ, ਉਹ ਵੀ ਜਿਹੜੇ PR ਨੇ, ਸਿਟੀਜ਼ਨ ਨੇ ਕੈਨੇਡਾ ਦੇ, ਉਹਨਾਂ ਦੇ ਮਾਤਾ ਪਿਤਾ, ਬੱਚੇ ਜਾਂ ਉਹਨਾਂ ਦੇ ਜੀਵਨ ਸਾਥੀ, ਉਹਨਾਂ ਦੇ ਵਾਸਤੇ ਹੀ ਖੋਲ੍ਹੇ ਗਏ ਨੇ। ਤਾਂ ਫਿਰ ਹੁਣ ਵੱਡੀ ਗਿਣਤੀ ਦੇ ਵਿੱਚ ਲੋਕ ਕੈਨੇਡਾ ਆਉਣਾ ਸ਼ੁਰੂ ਵੀ ਹੋ ਗਏ ਨੇ। ਤਾਂ ਇਸ ਸੰਬੰਧੀ ਜਾਣਕਾਰੀ ਜਾਰੀ ਕਰਦੇ ਹੋਏ ਉੱਥੇ ਵੀ ਲਿਖਿਆ ਗਿਆ ਹੈ ਕਿ ਕਿੰਨੀ ਕੁ ਵੇਟ ਟਾਈਮ ਚੱਲ ਰਿਹਾ ਹੈ ਬਾਰਡਰ ਦੇ ਉੱਤੇ, ਉਸ ਦੇ ਸੰਬੰਧੀ ਵੀ ਹੁਣ ਮੁੜ ਤੋਂ ਜਾਣਕਾਰੀ ਦੇਖੀ ਜਾ ਸਕਦੀ ਹੈ। ਇਸ ਦੇ ਨਾਲ ਹੀ ਹਦਾਇਤਾਂ ਨੇ ਜੋ ਉੱਥੇ ਜਿੰਨੇ ਵੀ ਪਰਿਵਾਰਕ ਮੈਂਬਰ ਪਹੁੰਚ ਰਹੇ ਨੇ ਉਹਨਾਂ ਦੇ ਵਾਸਤੇ ਲਗਾਤਾਰ ਅਪਡੇਟ ਹੋ ਰਹੀਆਂ ਨੇ। ਤਾਂ ਕੈਨੇਡਾ ਬਾਰਡਰ ਸਰਵਿਸਿਜ਼ ਦੇ ਵੱਲੋਂ ਬਾਰ-ਬਾਰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਆ ਰਹੇ ਹੋ ਤਾਂ ਉਹਨਾਂ ਦੀ ਵੈਬਸਾਈਟ ਦੇ ਉੱਤੇ ਪਹਿਲਾਂ ਸਾਰੀ ਜਾਣਕਾਰੀ ਦੇਖੋ ਕਿ ਕਿਹੜੀ ਜਾਣਕਾਰੀ ਤੁਸੀਂ ਉੱਥੇ ਬਾਰਡਰ ਤੇ ਦੇਣੀ ਹੈ, ਕਿਹੜੇ ਸਵਾਲ ਤੁਹਾਨੂੰ ਪੁੱਛੇ ਜਾਣੇ ਨੇ। ਇਸ ਦੇ ਵਿੱਚੋਂ 14 ਦਿਨ ਦੇ ਵਾਸਤੇ ਵੱਖਰੇ ਤੌਰ ਦੇ ਉੱਤੇ ਰਹਿਣ ਦਾ ਇੰਤਜ਼ਾਮ ਹੈ ਜੋ, ਉਸ ਸੰਬੰਧੀ ਵੀ ਤੁਹਾਨੂੰ ਜ਼ਿਕਰ ਕਰਨਾ ਪਵੇਗਾ, ਕਿਉਂਕਿ ਹਜੇ ਵੀ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਬਾਰਡਰ ਦੇ ਉੱਤੇ ਆ ਤਾਂ ਜਾਂਦੇ ਨੇ ਤੇ ਉਹਨਾਂ ਦੇ ਕੋਲ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਹੁੰਦੇ, ਜਿਸ ਸੰਬੰਧੀ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਸੀਂ ਅੱਗੇ ਤੋਂ ਅੱਗੇ ਜਾਣਕਾਰੀ ਜ਼ਰੂਰ ਪਹੁੰਚਾਵੋ ਕਿ ਜਿਹੜੀ ਵੀ ਜਾਣਕਾਰੀ ਉਹ ਇਸ ਸੰਬੰਧੀ ਵੈਬਸਾਈਟ ਦੇ ਉੱਤੇ ਤੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਅਪਡੇਟ ਕਰਦੇ ਨੇ ਉਹ ਇੱਕ ਦੂਜੇ ਨੂੰ ਦੱਸੀ ਜਾਵੇ, ਤਾਂ ਕਿ ਜਦੋਂ ਤੁਸੀਂ ਬਾਰਡਰ ਦੇ ਉੱਤੇ ਆਉਂਦੇ ਹੋ ਤਾਂ ਤੁਹਾਨੂੰ ਕੈਨੇਡਾ ਦਾ ਬਾਰਡਰ ਪਾਰ ਕਰਦੇ ਸਮੇਂ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਨਹੀਂ ਤਾਂ ਬਹੁਤ ਜ਼ਿਆਦਾ ਲੰਮਾ ਚਿਰ ਲੱਗ ਜਾਂਦਾ ਹੈ ਤੇ ਦਿੱਕਤ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸੰਬੰਧੀ ਜਿੰਨੇ ਵੀ ਸਵਾਲ ਪੁੱਛੇ ਜਾਂਦੇ ਨੇ, ਸਾਰੇ ਸਵਾਲਾਂ ਦੇ ਸਹੀ ਜਵਾਬ ਦੇਣੇ ਬੇਹੱਦ ਜ਼ਰੂਰੀ ਨੇ। ਅਗਲੀ ਖਬਰ ਹੈ ਕਿ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ TV ਤੇ ਫਿਲਮ ਪ੍ਰੋਡਕਸ਼ਨ ਦੇ ਵਾਸਤੇ ਹਰੀ ਝੰਡੀ ਦੇ ਦਿੱਤੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ COVID-19 ਦੇ ਕਰਕੇ ਫਿਲਹਾਲ ਦੇ ਵਾਸਤੇ ਜੋ ਫਿਲਮ ਪ੍ਰੋਡਕਸ਼ਨ ਦਾ ਕੰਮ ਹੈ ਉਹ ਬੰਦ ਪਿਆ ਸੀ, ਪਰ ਹੁਣ ਮੁੜ ਤੋਂ ਇਹ ਕੰਮ ਸ਼ੁਰੂ ਹੋ ਸਕਦਾ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਫਿਲਮ ਇੰਡਸਟਰੀ ਨੂੰ ਪ੍ਰੋਡਕਸ਼ਨ ਦੇ ਵਾਸਤੇ ਹਰੀ ਝੰਡੀ ਦੇ ਦਿੱਤੀ ਹੈ। COVID-19 ਦੇ ਕਰਕੇ ਫਿਲਮ ਤੇ TV ਪ੍ਰੋਡਕਸ਼ਨ ਹਜੇ ਸ਼ੁਰੂ ਨਹੀਂ ਸੀ ਹੋਈ, ਜਿਸ ਦੇ ਵਾਸਤੇ ਵਰਕ ਸੇਫ BC ਦੇ ਵੱਲੋਂ ਨਵੀਆਂ ਹਦਾਇਤਾਂ ਸਿਹਤ ਤੇ ਸੁਰੱਖਿਆ ਨੂੰ ਲੈ ਕੇ ਜਾਰੀ ਕੀਤੀਆਂ ਗਈਆਂ ਨੇ। ਇਸ ਦੇ ਵਾਸਤੇ ਕਿਹਾ ਗਿਆ ਹੈ ਕਿ ਜਿਨ੍ਹਾਂ ਦੇ ਵੱਲੋਂ ਵੀ ਫਿਲਮ ਤੇ TV ਪ੍ਰੋਡਕਸ਼ਨ ਕੀਤੀ ਜਾਣੀ ਹੈ, ਇਸ ਦੇ ਵਾਸਤੇ ਉਹਨਾਂ ਨੂੰ ਜੋ ਕੱਪੜੇ ਨੇ, ਮੇਕਅਪ, ਟਰਾਂਸਪੋਰਟੇਸ਼ਨ, ਕੇਟਰਿੰਗ, ਇਹਨਾਂ ਸਾਰੀਆਂ ਚੀਜ਼ਾਂ ਦੇ ਵਾਸਤੇ ਵਰਕ ਸੇਫ BC ਦੇ ਵੱਲੋਂ ਜਾਰੀ ਨਵੀਆਂ ਹਦਾਇਤਾਂ ਦੀ ਪਾਲਣਾ ਕਰਨੀ ਪਵੇਗੀ। ਇਸ ਸੰਬੰਧੀ ਇਹ ਵੀ ਕਿਹਾ ਗਿਆ ਹੈ ਕਿ ਫਿਲਮ ਪ੍ਰੋਡਕਸ਼ਨ ਕੰਪਨੀਆਂ ਦੇ ਵੱਲੋਂ ਤਾਂ ਹੀ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ ਜੇਕਰ ਉਹ ਪਹਿਲਾਂ COVID-19 ਨੂੰ ਲੈ ਕੇ ਆਪਣਾ ਸੇਫਟੀ ਪਲਾਨ ਵਰਕ ਸੇਫ BC ਕੋਲ ਜਮ੍ਹਾਂ ਕਰਵਾਉਣਗੀਆਂ, ਜਿਸ ਤੋਂ ਬਾਅਦ ਵਰਕ ਸੇਫ BC ਦੇ ਵੱਲੋਂ ਇਸ ਨੂੰ ਇਜਾਜ਼ਤ ਦਿੱਤੀ ਜਾਵੇਗੀ ਤੇ ਉਹ ਸੂਬੇ ਦੇ ਵਿੱਚ ਆਪਣਾ ਕੰਮ ਕਰ ਸਕਦੇ ਨੇ। ਇਸ ਸੰਬੰਧੀ ਇਹ ਵੀ ਵਰਕ ਸੇਫ BC ਦੇ ਵੱਲੋਂ ਖਾਸ ਤੌਰ ਦੇ ਉੱਤੇ ਕਿਹਾ ਗਿਆ ਹੈ ਕਿ ਜਿਵੇਂ ਕਾਸਟਿੰਗ ਤੇ ਹੋਰ ਕਈ ਅਜਿਹੇ ਕੰਮ, ਜਿਵੇਂ ਲੋਕੇਸ਼ਨ ਦੇਖਣੀ ਸ਼ੂਟਿੰਗ ਵਾਸਤੇ, ਕੋਸ਼ਿਸ਼ ਕੀਤੀ ਜਾਵੇ ਕਿ ਆਨਲਾਈਨ ਇਸ ਨੂੰ ਵਰਚੁਅਲ ਕੀਤਾ ਜਾਵੇ ਤਾਂ ਕਿ ਜਿੰਨਾ ਜ਼ਿਆਦਾ ਹੋ ਸਕਦਾ ਇੱਕ ਦੂਜੇ ਨੂੰ ਮਿਲਣ ਤੋਂ ਲੋਕ ਬਚ ਸਕਣ। ਇਸ ਸੰਬੰਧੀ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਹਰੀ ਝੰਡੀ ਦਿੱਤੀ ਗਈ ਹੈ। ਜਦੋਂ ਤਾਂ ਇਸ ਦੇ ਨਾਲ ਹੀ ਇੱਥੇ ਵੀ ਜ਼ਿਕਰਯੋਗ ਹੈ ਕਿ ਸੂਬੇ ਨੂੰ ਫਿਲਮ ਤੇ TV ਪ੍ਰੋਡਕਸ਼ਨ ਤੋਂ ਹਰ ਸਾਲ $3 ਬਿਲੀਅਨ ਤੱਕ ਦੀ ਕਮਾਈ ਹੁੰਦੀ ਹੈ, ਜਿਸ ਕਰਕੇ TV ਐਂਡ ਫਿਲਮ ਪ੍ਰੋਡਕਸ਼ਨ ਵੀ ਇੱਕ ਬਹੁਤ ਅਹਿਮ ਯੋਗਦਾਨ ਪਾਉਂਦੇ ਨੇ ਸੂਬੇ ਦੀ ਆਰਥਿਕਤਾ ਦੇ ਵਿੱਚ। ਅਗਲੀ ਖਬਰ ਸਰੀ ਤੋਂ ਹੈ, ਜਿੱਥੇ ਕਿ ਗੋਲੀਆਂ ਚੱਲੀਆਂ। ਸਰੀ RCMP ਨੇ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਹੋਇਆ। ਸਰੀ ਸੈਂਟਰ ਖੇਤਰ ਕੋਲ ਅੱਜ ਗੋਲੀਆਂ ਚੱਲੀਆਂ ਨੇ। ਅੱਜ ਸਵੇਰੇ 8:30 ਵਜੇ ਦੇ ਕਰੀਬ ਸਰੀ RCMP ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ, ਜਿਨ੍ਹਾਂ ਨੂੰ ਖਬਰ ਦਿੱਤੀ ਗਈ ਸੀ ਕਿ 12700 ਬਲਾਕ ਤੇ 104 ਸਟਰੀਟ ਦੇ ਉੱਤੇ ਇੱਕ ਘਰ ਦੇ ਵਿੱਚ ਕੋਈ ਦਿੱਕਤ ਆਈ ਹੈ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਤੱਕ ਉਹ ਪਹੁੰਚੇ ਤਾਂ 2 ਵਿਅਕਤੀ ਉੱਥੋਂ ਫਰਾਰ ਹੁੰਦੇ ਉਹਨਾਂ ਨੂੰ ਦਿਖਾਈ ਦਿੱਤੇ, ਜਿਨ੍ਹਾਂ ਵਿੱਚੋਂ ਇੱਕ ਦੇ ਗੋਲੀ ਲੱਗੀ ਹੋਈ ਸੀ ਤੇ ਗੋਲੀ ਲੱਗਣ ਕਰਕੇ ਉਸ ਦੀ ਹਾਲਤ ਫਿਰ ਵੀ ਠੀਕ ਸੀ, ਜਿਸ ਨੂੰ ਕਿ ਖਤਰੇ ਤੋਂ ਬਾਹਰ ਦੱਸਿਆ ਗਿਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਦੇ ਵਿੱਚ ਇੱਕ ਤੀਜਾ ਵਿਅਕਤੀ ਵੀ ਸ਼ਾਮਲ ਹੈ, ਜੋ ਮੌਕੇ ਤੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਰਿਹਾ, ਜਿਸ ਨੂੰ ਕਿ ਲੱਭਿਆ ਜਾ ਰਿਹਾ ਹੈ। ਪੁਲਿਸ ਨੇ ਕਿਹਾ ਕਿ ਮੌਕੇ ਦੇ ਉੱਤੇ ਮੌਜੂਦ ਚਸ਼ਮਦੀਦਾਂ ਨਾਲ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ, ਜਿਸ ਤੋਂ ਬਾਅਦ ਇਹ ਪਤਾ ਲੱਗਿਆ ਕਿ ਜਿਨ੍ਹਾਂ ਵਿਅਕਤੀਆਂ ਦਰਮਿਆਨ ਲੜਾਈ ਹੋਈ ਉਹ ਇੱਕ ਦੂਜੇ ਨੂੰ ਜਾਣਦੇ ਸਨ ਤੇ ਇਸ ਦੌਰਾਨ ਨਾਲ ਹੀ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੇ ਨਾਲ ਬਾਹਰ ਲੋਕਾਂ ਨੂੰ ਕੋਈ ਵੀ ਖਤਰਾ ਨਹੀਂ ਹੈ। ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਸ ਮਾਮਲੇ ਨਾਲ ਸੰਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਸਿੱਧਾ ਉਹਨਾਂ ਦੇ ਨਾਲ 604 59 90 502 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਧਰ ਨੈਲਸਨ RCMP ਨੂੰ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਕੈਬਿਨ ਦੇ ਵਿੱਚ ਜੋ ਰਿਮੋਟ ਕੈਬਿਨ ਹੈ ਹੁੰਦਾ ਹੈ ਉਸ ਦੇ ਵਿੱਚ ਉਸ ਵਿਅਕਤੀ ਦੀ ਦੇਹ ਮਿਲੀ ਤੇ ਜਿਸ ਦੇ ਬਾਰੇ ਜਿਹੜੇ ਵਿਅਕਤੀ ਨੇ ਪਹਿਲਾਂ ਉਸ ਨੂੰ ਦੇਖ ਕੇ ਜਾਣਕਾਰੀ ਦਿੱਤੀ ਉਸ ਦੇ ਬਾਰੇ ਵੀ ਪੁਲਿਸ ਦੇ ਵੱਲੋਂ ਜਾਣਕਾਰੀ ਮੰਗੀ ਜਾ ਰਹੀ ਹੈ, ਕਿਉਂਕਿ ਉਹ ਵਿਅਕਤੀ ਇੱਕ ਘਰ ਦੇ ਵਿੱਚ ਦਰਵਾਜ਼ੇ ਦੇ ਉੱਤੇ ਜਾਣਕਾਰੀ ਦੇ ਕੇ ਉੱਥੋਂ ਚਲਾ ਗਿਆ ਸੀ ਤੇ ਫਿਰ ਉਸ ਘਰ ਦੇ ਵਿੱਚ ਜਿਹੜੇ ਵਿਅਕਤੀ ਮੌਜੂਦ ਸਨ ਉਹਨਾਂ ਨੇ ਪੁਲਿਸ ਨੂੰ ਬੁਲਾਇਆ। ਕੂਟਨੀ ਲੇਕ ਦੇ ਉੱਤੇ ਰਿਮੋਟ ਕੈਬਿਨ ਦੇ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। RCMP ਤੇ BC ਕੋਰਨਰ ਸਰਵਿਸ ਦੇ ਵੱਲੋਂ ਮਿਲ ਕੇ ਇਸ ਮਾਮਲੇ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ। ਨੈਲਸਨ RCMP ਨੂੰ ਲਾਸ਼ ਜਦੋਂ ਮਿਲੀ ਉਸ ਤੋਂ ਬਾਅਦ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਮ੍ਰਿਤਕ ਦੀ ਉਮਰ ਕਰੀਬ 50 ਸਾਲ ਹੈ, ਜਿਸ ਦੀ ਕਿ ਕੈਬਿਨ ਦੇ ਵਿੱਚ ਕੂਟਨੀ ਲੇਕ ਦੇ ਦੱਖਣ ਦੇ ਵੱਲ ਦੇ ਪਈ ਸੀ। ਜਿਸ ਤੋਂ ਬਾਅਦ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਖੇਤਰ ਦੇ ਵਿੱਚ ਇੱਕ ਘਰ ਦੇ ਵਿੱਚ ਰਹਿੰਦੇ ਵਿਅਕਤੀ ਨੇ ਉਹਨਾਂ ਨੂੰ ਸੋਮਵਾਰ ਦੇ ਦਿਨ ਜਾਣਕਾਰੀ ਦਿੱਤੀ ਤੇ ਇਹ ਮਾਮਲਾ ਜੂਨ 8 ਦੁਪਹਿਰ 1 ਵਜੇ ਦਾ ਹੈ, ਜਦੋਂ RCMP ਨੂੰ ਇੱਕ ਘਰ ਵਿੱਚ ਮੌਜੂਦ ਵਿਅਕਤੀ ਦੇ ਵੱਲੋਂ ਫੋਨ ਕਰਕੇ ਦੱਸਿਆ ਗਿਆ ਕਿ ਉੱਥੇ ਨੇੜੇ ਇੱਕ ਕੈਬਿਨ ਦੇ ਵਿੱਚ ਵਿਅਕਤੀ ਦੀ ਲਾਸ਼ ਹੈ ਤੇ ਇਸ ਦੇ ਬਾਰੇ ਜਾਣਕਾਰੀ ਇੱਕ ਅਣਜਾਣ ਵਿਅਕਤੀ ਨੇ ਆ ਕੇ ਉਸ ਵਿਅਕਤੀ ਦੇ ਘਰ ਵਿੱਚ ਦਿੱਤੀ ਤੇ ਉਸ ਤੋਂ ਬਾਅਦ ਉੱਥੋਂ ਚੱਲਿਆ ਗਿਆ, ਜਿਸ ਦੇ ਬਾਰੇ ਇਹ ਨਹੀਂ ਪਤਾ ਲੱਗਿਆ ਕਿ ਆਖਿਰ ਉਹ ਕੌਣ ਵਿਅਕਤੀ ਸੀ ਤੇ ਉਸ ਵਿਅਕਤੀ ਨੂੰ ਵੀ ਪੁਲਿਸ ਲੱਭ ਰਹੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੀ ਪਛਾਣ ਦੱਸਣ ਤੋਂ ਹਜੇ ਇਨਕਾਰ ਕਰ ਦਿੱਤਾ ਹੈ। ਜਿਨ੍ਹਾਂ ਨੇ ਕਿਹਾ ਕਿ ਖਬਰ ਮਿਲਦੇ ਸਾਰ ਜਦੋਂ ਉਹ ਜਾਂਚ ਕਰਨ ਦੇ ਲਈ ਪਹੁੰਚੇ ਤਾਂ ਮੌਕੇ ਤੋਂ ਸਬੂਤ ਉਹਨਾਂ ਦੇ ਵੱਲੋਂ ਇਕੱਠੇ ਕੀਤੇ ਗਏ ਤੇ ਚਸ਼ਮਦੀਦਾਂ ਤੋਂ ਪੁੱਛਗਿੱਛ ਵੀ ਕੀਤੀ ਗਈ ਹੈ। ਜਿਸ ਤੋਂ ਬਾਅਦ ਉਹਨਾਂ ਕਿਹਾ ਕਿ ਜਾਂਚ ਤੋਂ ਬਾਅਦ ਹੀ ਇਸ ਦੇ ਉੱਤੇ ਕੋਈ ਹੋਰ ਜਾਣਕਾਰੀ ਦੇ ਸਕਦੇ ਨੇ, ਪਰ ਇਸ ਦੇ ਬਾਰੇ ਜੇਕਰ ਕਿਸੇ ਹੋਰ ਨੂੰ ਕੋਈ ਜਾਣਕਾਰੀ ਹੈ ਤਾਂ ਨੈਲਸਨ RCMP ਦੇ ਨਾਲ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ। ਚੀਨੀ ਭਾਈਚਾਰੇ ਦੇ ਉੱਤੇ ਨਸਲੀ ਟਿੱਪਣੀਆਂ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਜਾ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਰਕਾਰ ਵੱਲੋਂ, ਫੈਡਰਲ ਸਰਕਾਰ ਵੱਲੋਂ ਵੀ ਬਾਰ-ਬਾਰ ਇਸ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਪਰ ਜਦੋਂ ਤੋਂ COVID-19 ਸ਼ੁਰੂ ਹੋਇਆ ਹੈ ਇਸ ਸੰਬੰਧੀ ਮਾਮਲਿਆਂ ਦੀ ਗਿਣਤੀ ਵੀ ਵਧਦੀ ਹੀ ਜਾ ਰਹੀ ਹੈ। ਇਸੇ ਦੇ ਉੱਤੇ ਇੱਕ ਹੋਰ ਵੀਡੀਓ ਹੁਣ ਵੈਨਕੂਵਰ ਤੋਂ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇੱਕ ਕੋਕੇਸ਼ੀਅਨ ਵਿਅਕਤੀ ਲਗਾਤਾਰ ਚੀਨੀ ਭਾਈਚਾਰੇ ਦੇ ਇੱਕ ਗਰੁੱਪ ਦੇ ਉੱਤੇ ਨਸਲੀ ਟਿੱਪਣੀਆਂ ਕਰ ਰਿਹਾ ਹੈ। When the Chinese community, when the Chinese immigrate, that's a conscious decision, right? They immigrate here, they learn English, right? They accept the Canadian culture and they act accordingly, right? They don't. ਵੈਨਕੂਵਰ ਕਨਵੈਨਸ਼ਨ ਸੈਂਟਰ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇੱਕ ਕੋਕੇਸ਼ੀਅਨ ਵਿਅਕਤੀ ਜਾਪ ਰਿਹਾ ਹੈ ਜੋ ਕਿ 60 ਤੋਂ 70 ਸਾਲ ਦੀ ਉਮਰ ਦਾ ਹੈ ਤੇ ਚਾਈਨੀਜ਼ ਭਾਈਚਾਰੇ ਦੇ ਇੱਕ ਗਰੁੱਪ ਬੈਠਾ ਸੀ ਉਸ ਦੇ ਉੱਤੇ ਟਿੱਪਣੀਆਂ ਕਰਦਾ ਹੈ, ਜਿਸ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਕੈਨੇਡਾ ਵਿੱਚ ਕੋਈ ਵੀ ਵਿਅਕਤੀ ਜੋ ਕੈਨੇਡੀਅਨ ਹੈ ਉਹ ਚਾਈਨੀ ਭਾਈਚਾਰੇ ਨੂੰ ਪਸੰਦ ਨਹੀਂ ਕਰਦਾ ਤੇ ਇਸ ਸੰਬੰਧੀ ਉਸ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉਹ ਕਾਫੀ ਜ਼ਿਆਦਾ ਗੁੱਸੇ ਵਿੱਚ ਹੈ ਤੇ ਉਸ ਨੂੰ ਚਾਈਨੀਜ਼ ਭਾਈਚਾਰੇ ਦੇ ਉੱਤੇ ਗੁੱਸਾ ਆਉਂਦਾ ਹੈ ਤੇ ਇਸ ਸੰਬੰਧੀ ਉਸ ਨੇ ਇਹ ਵੀ ਕਿਹਾ ਕਿ ਚਾਈਨੀਜ਼ ਭਾਈਚਾਰੇ ਨੂੰ ਆਪਣੇ ਸੱਭਿਆਚਾਰ ਨੂੰ ਭੁੱਲ ਕੇ ਜੇਕਰ ਉਹ ਕੈਨੇਡਾ ਦੇ ਵਿੱਚ ਆਉਂਦੇ ਨੇ ਤਾਂ ਕੈਨੇਡੀਅਨ ਸੱਭਿਆਚਾਰ ਨੂੰ ਅਪਣਾਉਣਾ ਚਾਹੀਦਾ ਹੈ ਤੇ ਇੱਥੇ ਆ ਕੇ ਚਾਈਨੀਜ਼ ਭਾਸ਼ਾ ਦੀ ਥਾਂ ਦੇ ਉੱਤੇ ਸਿਰਫ ਅੰਗਰੇਜ਼ੀ ਬੋਲਣੀ ਚਾਹੀਦੀ ਹੈ। ਇਸ ਸੰਬੰਧੀ ਕਈ ਟਿੱਪਣੀਆਂ ਕਰਦੇ ਹੋਏ ਉਸਨੇ ਜ਼ਿਕਰ ਵੀ ਕੀਤਾ ਕਿ ਚੀਨ ਦੇ ਵਿੱਚ ਬਿਨਾਂ ਕਸੂਰ ਤੋਂ 2 ਕੈਨੇਡੀਅਨਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ, ਜਿਸ ਤੋਂ ਬਾਅਦ ਉਸ ਨੂੰ ਹੋਰ ਜ਼ਿਆਦਾ ਗੁੱਸਾ ਆਉਂਦਾ ਹੈ ਤੇ ਇਸ ਸੰਬੰਧੀ ਉੱਥੇ ਬੈਠੇ ਨੌਜਵਾਨ ਜਿਨ੍ਹਾਂ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਤੇ ਸਾਂਝਾ ਕੀਤਾ, ਉਹਨਾਂ ਕਿਹਾ ਕਿ ਉਹ ਵੈਨਕੂਵਰ ਕਨਵੈਨਸ਼ਨ ਸੈਂਟਰ ਦੇ ਉੱਤੇ ਲੰਚ ਦੀ ਉਡੀਕ ਕਰ ਰਹੇ ਸਨ, ਜਿਸ ਸਮੇਂ ਇਹ ਵਿਅਕਤੀ ਉਹਨਾਂ ਦੇ ਕੋਲ ਆਇਆ ਤੇ ਨਸਲੀ ਟਿੱਪਣੀਆਂ ਕਰਨ ਲੱਗ ਪਿਆ। ਇੱਥੇ ਜ਼ਿਕਰਯੋਗ ਹੈ ਕਿ ਰਿਚਮੰਡ ਵਿੱਚ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਚਾਈਨੀਜ਼ ਭਾਈਚਾਰਾ ਰਹਿੰਦਾ ਹੈ ਤੇ ਇਹ ਵਿਅਕਤੀ ਵੀ ਖੁਦ ਨੂੰ ਰਿਚਮੰਡ ਵਿੱਚ ਰਹਿਣ ਵਾਲਾ ਦੱਸ ਰਿਹਾ ਹੈ ਤੇ ਨਾਲ ਹੀ ਕਹਿ ਰਿਹਾ ਹੈ ਕਿ ਉਹ ਚਾਈਨੀਜ਼ ਭਾਈਚਾਰੇ ਨੂੰ ਪਸੰਦ ਨਹੀਂ ਕਰਦਾ। ਇੱਥੇ ਜ਼ਿਕਰਯੋਗ ਹੈ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਚਾਈਨੀਜ਼ ਭਾਈਚਾਰੇ ਨੂੰ ਕਾਫੀ ਜ਼ਿਆਦਾ ਨਸਲੀ ਟਿੱਪਣੀਆਂ ਤੇ ਨਸਲੀ ਹਮਲਿਆਂ ਦਾ ਸਾਹਮਣਾ ਇਸ ਸਮੇਂ ਖਾਸ ਤੌਰ ਦੇ ਉੱਤੇ COVID-19 ਦੇ ਆਉਣ ਤੋਂ ਬਾਅਦ ਕਰਨਾ ਵੀ ਪੈ ਰਿਹਾ ਹੈ, ਪਰ ਇੱਥੇ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਹਰ ਮਾਮਲੇ ਦੀ ਸ਼ਿਕਾਇਤ ਜ਼ਰੂਰ ਕੀਤੀ ਜਾਵੇ, ਕਿਉਂਕਿ ਕੈਨੇਡਾ ਦੇ ਵਿੱਚ ਨਸਲੀ ਟਿੱਪਣੀਆਂ ਜਾਂ ਨਸਲੀ ਹਮਲਿਆਂ ਲਈ ਕੋਈ ਥਾਂ ਨਹੀਂ ਹੈ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।